ਭੈਣ ਜੀ ਕਿਰਨਜੋਤ ਕੌਰ SGPC ਦੇ ਸੀਨੀਅਰ ਮੈਂਬਰ ਨੇ, ਔਰ ਜਿਨ੍ਹਾਂ ਬਾਰੇ ਮੈਂ ਥੋੜਾ ਜਿਹਾ ਦੱਸ ਦੇਵਾਂ ਤਾਂ ਸਾਡੇ ਸਿੱਖ ਕੌਮ ਦੀ ਬੜੀ ਇੱਕ ਮਹਾਨ ਹਸਤੀ ਮਾਸਟਰ ਤਾਰਾ ਸਿੰਘ ਜੀ, ਜਿਨ੍ਹਾਂ ਦਾ ਨਾਮ ਲੈਂਦਿਆਂ ਸਾਡਾ ਸਾਰਿਆਂ ਦਾ ਸਿਰ ਸਤਿਕਾਰ ਦੇ ਨਾਲ ਝੁਕਦਾ ਹੈ। ਉਹਨਾਂ ਦੀ ਦੋਤਰੀ ਔਰ ਡਾਕਟਰ ਰਜਿੰਦਰ ਕੌਰ ਜਿਹੜੇ ਸੰਤ ਸਿਪਾਹੀ ਦੇ ਐਡੀਟਰ ਵੀ ਰਹੇ ਨੇ, ਔਰ ਜਿਨ੍ਹਾਂ ਨੇ ਬੜੀ ਦਲੇਰੀ ਔਰ ਬੇਬਾਕੀ ਦੇ ਨਾਲ ਲਿਖਿਆ, ਉਹਨਾਂ ਦੀ ਸੁਪੁੱਤਰੀ ਭੈਣ ਜੀ ਕਿਰਨਜੋਤ ਕੌਰ ਜੀ। ਹਾਂਜੀ ਭੈਣ ਜੀ, ਓਵਰ ਟੂ ਯੂ ਜੀ, ਹੁਣ ਤੁਹਾਡਾ ਟਾਈਮ ਸ਼ੁਰੂ ਹੁੰਦਾ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਿਹਰਬਾਨੀ ਜੀ। ਮੈਂ ਬਹੁਤ ਐਪਰੀਸ਼ੀਏਟ ਕਰਦੀ ਹਾਂ ਜੀ ਗਲੋਬਲ ਸਿੱਖ ਕਾਉਂਸਲ ਨੂੰ, ਜਿਨ੍ਹਾਂ ਨੇ ਇਹ ਉਦਮ ਉਪਰਾਲਾ ਕੀਤਾ ਕਿ ਬੀਬੀਆਂ ਇਕੱਠੀਆਂ ਹੋ ਕੇ ਵਿਚਾਰ ਕਰਨ ਕਿ ਸਿੱਖ ਬੀਬੀ ਇਤਿਹਾਸ ਵਿੱਚ ਧਰਮ ਵਿੱਚ ਕਿੱਥੇ ਖੜੀ ਹੈ। ਡਾਕਟਰ ਪ੍ਰਭਜੋਤ ਕੌਰ ਹੋਰਾਂ ਨੇ ਬਹੁਤ ਸੋਹਣਾ ਧਾਰਮਿਕ ਪੱਧਰ ਦੇ ਉੱਪਰ ਦੱਸਿਆ ਕਿ ਜੋ ਇੱਕ ਸਿੱਖ ਇਸਤਰੀ ਵਿੱਚ ਗੁਣ ਹੋਣੇ ਚਾਹੀਦੇ ਨੇ ਤੇ ਜਿਸ ਤਰ੍ਹਾਂ ਦਾ ਉਹਦਾ ਇੱਕ ਕਿਰਦਾਰ ਹੋਣਾ ਚਾਹੀਦਾ ਹੈ। ਮੈਂ ਇਸ ਤੋਂ ਥੋੜਾ ਜਿਹਾ ਹਟਵਾ, ਜਿਸ ਤਰ੍ਹਾਂ ਹੁੰਦਾ ਨਾ ਇੱਕ ਸਮਾਜਿਕ ਔਰਤ ਦਾ ਰੁਤਬਾ ਜਾਂ ਉਹਦੇ ਵਿੱਚ ਕੀ ਤਬਦੀਲੀਆਂ ਆਈਆਂ, ਅੱਜ ਅਸੀਂ ਕਿੱਥੇ ਖੜੇ ਹਾਂ, ਇਸ ਬਾਰੇ ਗੱਲ ਕਰਾਂਗੇ। ਸੋ ਗੱਲ ਇੱਥੋਂ ਸ਼ੁਰੂ ਕਰਦੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਧਰਮ ਹਮੇਸ਼ਾ ਬਹੁਤ ਅਹਿਮ ਰਿਹਾ ਔਰ ਧਰਮ ਨੂੰ ਹੀ ਇਸਤੇਮਾਲ ਕੀਤਾ ਗਿਆ ਹੈ ਇਹ ਦੱਸਣ ਵਾਸਤੇ ਔਰਤ ਨੂੰ ਕਿ ਤੂੰ ਮਰਦ ਦੇ ਬਰਾਬਰ ਨਹੀਂ। ਮਤਲਬ ਇਹਦੇ ਵਿੱਚ ਭਾਵੇਂ ਕਿਸੇ ਕਿਸਮ ਦੀ ਵੀ ਵਿਆਖਿਆ ਔਰਤ ਦੀ ਹੋਈ ਹੈ, ਉਹਨੂੰ ਭਾਵੇਂ ਇੱਕ ਪਾਪ ਦੀ ਜੜ ਕਿਹਾ ਗਿਆ, ਭਾਵੇਂ ਉਹਨੂੰ ਸ਼ੂਦਰਾਂ ਤੇ ਜਾਨਵਰਾਂ ਦੇ ਨਾਲ ਬਰਾਬਰ ਦਾ ਇੱਕ ਦਰਜਾ ਦਿੱਤਾ ਗਿਆ ਹੈ, ਭਾਵੇਂ ਉਹਦੇ ਉਤਾਰ ਵਾਸਤੇ ਇਹ ਕਿਹਾ ਗਿਆ ਜੀ ਵੀ ਅਸੀਂ ਇਹਨੂੰ ਸਤਿਕਾਰ ਇਸ ਲਈ ਦੇ ਰਹੇ ਹਾਂ ਕਿ ਜਿੱਥੇ ਇਹਨੂੰ ਇੱਕ ਪਸ਼ੂਆਂ ਵਾਂਗੂ ਇੱਕ ਔਰਤ ਨੂੰ ਟ੍ਰੀਟ ਕੀਤਾ ਜਾਂਦਾ ਸੀ, ਉਹਦੇ ਵਿੱਚ ਇਸ ਨੂੰ ਥੋੜੀ ਇਨਸਾਨੀਅਤ ਲੈ ਆਈ ਹੈ ਤੇ ਉਹਦੇ ਵਿੱਚ ਔਰਤ ਦੇ ਉੱਪਰ ਕੁਝ ਜਿਹੜੇ ਦਬਾਅ ਸੀ ਉਹ ਘਟਾਏ ਗਏ। ਪਰ ਕਿਸੇ ਹੋਰ ਧਰਮ ਦੀ ਗੱਲ ਨਾ ਛੇੜਦੇ ਹੋਏ ਮੈਂ ਸਿਰਫ ਇਹ ਗੱਲ ਕਰਾਂਗੀ, ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਇਸ ਸੰਸਾਰ ਵਿੱਚ ਅਵਤਾਰ ਹੁੰਦਾ ਹੈ ਤੇ ਉਸ ਵਕਤ ਵੀ ਜਿਹੜੀ ਔਰਤ ਦੀ ਸਥਿਤੀ ਹੈ ਉਹ ਕੋਈ ਬਹੁਤੀ ਚੰਗੀ ਨਹੀਂ ਸੀ, ਕਿਉਂਕਿ ਇਸਲਾਮ ਦੇ ਵਿੱਚ ਜਿੱਥੇ ਇੱਕ ਮਰਦ ਨੂੰ ਇਹ ਅਧਿਕਾਰ ਹੈ ਕਿ ਉਹ ਆਪਣੀਆਂ 4 ਔਰਤਾਂ ਰੱਖ ਸਕਦਾ ਹੈ, ਔਰਤ ਨੂੰ ਇਹੋ ਜਿਹਾ ਕੋਈ ਅਧਿਕਾਰ ਨਹੀਂ। ਇਨਫੈਕਟ ਮੈਂ ਇੱਕ ਕੋਈ ਵੀਡੀਓ ਦੇਖੀ ਸੀ, ਬੜੀ ਵਾਇਰਲ ਹੋਈ, ਸ਼ਾਇਦ ਤੁਸੀਂ ਵੀ ਦੇਖੀ ਹੋਏਗੀ। ਉਹਦੇ ਵਿੱਚ ਇੱਕ ਮੁਸਲਮਾਨ ਔਰਤ ਹੈ, ਉਹ ਇੱਕ ਮੌਲਾਨੇ ਨੂੰ ਪੁੱਛ ਰਹੀ ਹੈ ਕਿ ਤੁਸੀਂ ਇਹ ਦੱਸੋ ਕਿ ਤੁਸੀਂ ਕਹਿੰਦੇ ਹੋ ਕਿ ਅਗਰ ਮੁਸਲਮਾਨ ਨੇਕ ਕਰਮ ਕਰਦਾ ਹੈ ਤੇ ਉਹਨੂੰ ਜਾ ਕੇ ਜੰਨਤ ਵਿੱਚ ਹੂਰਾਂ ਮਿਲਦੀਆਂ, ਤੁਸੀਂ ਦੱਸੋ ਜੇ ਮੁਸਲਮਾਨ ਔਰਤ ਚੰਗੇ ਕੰਮ ਕਰਦੀ ਹੈ ਉਹਨੂੰ ਕੀ ਮਿਲਦਾ ਹੈ। ਮਤਲਬ ਕੁਝ ਮਿੰਟ ਦੀ ਇਹ ਵੀਡੀਓ ਉਸ ਬੀਬੀ ਨੇ ਚੰਗੀ ਕਲਾਸ ਲਾਈ ਉਸ ਮੌਲਾਨੇ ਦੀ, ਇਹ ਕਹਿਣ ਲਈ ਕਿ ਤੁਸੀਂ ਦੱਸੋ ਕਿ ਜੇ ਇੱਕ ਮੁਸਲਮਾਨ ਮਰਦ ਆਪਣੇ ਧਰਮ ਪ੍ਰਤੀ ਪੱਕਾ ਹੈ, ਉਹ ਇੱਕ ਧਰਮ ਦੀ ਆਪਣੀ ਲੀ ਪੂਰੀ ਤੇ ਚੱਲਦਾ ਹੈ ਤੇ ਉਹਨੂੰ ਤਾਂ ਚਲੋ ਉਹਦਾ ਇਨਾਮ ਮਿਲਿਆ, ਔਰਤ ਵਾਸਤੇ ਕੀ ਹੈ। ਸੋ ਇਸ ਕਿਸਮ ਦੇ ਤਕਰੀਬਨ ਹਰ ਧਰਮ ਦੇ ਵਿੱਚ ਕੋਈ ਨਾ ਕੋਈ ਇੰਸਟੈਂਸਸ ਹੁੰਦੇ ਹਨ। ਪਰ ਗੁਰੂ ਨਾਨਕ ਪਾਤਸ਼ਾਹ ਨੇ ਉਸ ਵਕਤ ਜਦੋਂ ਬਰਾਬਰੀ ਦੀ ਗੱਲ ਕੀਤੀ, ਜਦੋਂ ਇਹਨਾਂ ਨੇ ਜੈਂਡਰ ਨੂੰ ਕੱਢ ਦਿੱਤਾ ਧਰਮ ਦੇ ਮਾਰਗ ਚੋਂ ਕਿ ਵੀ ਇਹ ਜਾਮਾ ਤੁਹਾਡਾ ਇਸਤਰੀ ਦਾ ਭਾਵੇਂ ਮਰਦ ਦਾ, ਪਰ ਇਹਦੇ ਵਿੱਚ ਜਿਹੜੀ ਰੂਹ ਹੈ, ਜਿਹੜੀ ਉਸ ਪਰਮਾਤਮਾ ਨਾਲ ਜੁੜੀ ਹੋਈ ਆ, ਉਹਦਾ ਕੋਈ ਜੈਂਡਰ ਨਹੀਂ, ਕਿਉਂਕਿ ਪਰਮਾਤਮਾ ਦਾ ਕੋਈ ਜੈਂਡਰ ਨਹੀਂ। ਸੋ ਇਹਨੂੰ ਸਮਾਜ ਦੇ ਵਿੱਚ ਫਿਰ ਕਿਸ ਤਰ੍ਹਾਂ ਲਿਆਇਆ ਗਿਆ? ਇਹਦੇ ਵਿੱਚ ਸਭ ਤੋਂ ਪਹਿਲੇ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਜਿੱਥੇ ਵਿਆਖਿਆ ਦੇ ਵਿੱਚ ਕਿਹਾ ਕਿ ਅਸੀਂ ਸਾਰੇ ਉਸ ਅਕਾਲ ਪੁਰਖ ਦੀਆਂ ਨਾਰੀਆਂ, ਉੱਥੇ ਉਹਨਾਂ ਨੇ ਜਿਹੜਾ ਇੱਕ ਸਮਾਜਿਕ ਰੁਤਬਾ ਸੀ ਔਰਤ ਦਾ, ਉਹਦੇ ਵਿੱਚ ਵੀ ਇਹ ਗੱਲ ਕਹੀ ਕਿ ਵੀ ਜੇ ਬ੍ਰਾਹਮਣ ਨੂੰ ਕਹਿੰਦੇ ਨੇ ਤੂੰ ਬੜੀ ਉੱਚ ਜਾਤ ਦਾ ਹੈ, ਤੂੰ ਕਹਿੰਦਾ ਵੀ ਮੈਂ ਉੱਚ ਜਾਤ ਦਾ, ਵੀ ਜੇ ਤੈਨੂੰ ਬੜੀ ਇੱਕ ਉੱਚ ਜਾਤ ਦੀ ਔਰਤ ਨੇ ਜਣਿਆ ਤੇ ਤੂੰ ਉਸੇ ਤਰ੍ਹਾਂ ਕਿਉਂ ਆਇਆ ਜਿਸ ਤਰ੍ਹਾਂ ਬਾਕੀ ਸਾਰੇ ਆਏ। ਤੇ ਫਿਰ ਕਹਿੰਦੇ ਜੇ ਬ੍ਰਾਹਮਣ ਨੂੰ ਜਨਨ ਵਾਲੀ, ਜੇ ਰਾਜਿਆਂ ਨੂੰ ਜਨਨ ਵਾਲੀ ਇੱਕ ਔਰਤ ਹੈ ਤੇ ਫਿਰ ਦੱਸੋ ਉਹ ਮਾੜੀ ਕਿਉਂ? ਪੰਡ ਜੰਮੀਏ ਪੰਡ ਨਿੰਮੀਏ ਵਾਲਾ ਸ਼ਬਦ ਅਸੀਂ ਸਾਰੇ ਜਾਣਦੇ ਆ ਕਿ ਸਮਾਜ ਦਾ ਜਿਹੜਾ ਸਮਾਜਿਕ ਢਾਂਚਾ ਉਹ ਚੱਲਦਾ ਹੀ ਨਹੀਂ ਔਰਤ ਬਗੈਰ, ਤੇ ਫਿਰ ਅਸੀਂ ਇਹਨੂੰ ਨਿੰਦ ਕਿਉਂ ਰਹੇ ਆ। ਸੋ ਇੱਥੋਂ ਜਿਹੜੀ ਇੱਕ ਗੱਲ ਸ਼ੁਰੂ ਹੋਈ ਉਹਦੀ ਇੱਕ ਬੜੀ ਲੰਬੀ ਜਰਨੀ ਹੈ। ਤੀਜੇ ਪਾਤਸ਼ਾਹ ਤੇ ਆ ਕੇ ਇਹਨੂੰ ਇੱਕ ਪ੍ਰੈਕਟੀਕਲ ਰੂਪ ਦੇਣ ਵਾਸਤੇ ਦੇਖੋ ਕਿੰਨੀ ਕ੍ਰਾਂਤੀਕਾਰੀ ਗੱਲ ਸੀ ਕਿ ਜਦੋਂ ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਸਥਾਪਿਤ ਕੀਤੀਆਂ
ਤੇ ਜਿਹੜੀਆਂ ਕਿ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਸਨ, ਤੇ ਉਹਨਾਂ 22 ਮੰਜੀਆਂ ਦੇ ਵਿੱਚ 4 ਮੰਜੀਆਂ ਜਿਹੜੀਆਂ ਸੀ ਉਹ ਔਰਤਾਂ ਨੂੰ ਦਿੱਤੀਆਂ ਗਈਆਂ। ਇਹਦੇ ਨਾਲ 52 ਪੀੜੇ ਸਥਾਪਿਤ ਕੀਤੇ ਗਏ, ਔਰ ਉਹ ਪੀੜੇ ਹੈਗੇ ਸੀ ਕਿ ਬੇਸਿਕ ਜਿਹੜੀ ਰੀਡਿੰਗ ਰਾਈਟਿੰਗ ਹੈ ਉਹ ਔਰਤ ਨੂੰ ਸਿਖਾਉਣ ਵਾਸਤੇ, ਔਰ ਉਸ ਬੇਸਿਕ ਰੀਡਿੰਗ ਰਾਈਟਿੰਗ ਦੇ ਜਿਹੜੇ 52 ਪੀੜੇ ਸਥਾਪਿਤ ਕੀਤੇ ਗਏ ਉਹ ਔਰਤਾਂ ਦੇ ਸੀ। ਇਸ ਤਰ੍ਹਾਂ ਹੌਲੀ ਹੌਲੀ ਜਿਹੜੀ ਇੱਕ ਜ਼ਨਾਨੀ ਸੀ, ਇੱਕ ਸਿੱਖ ਇਸਤਰੀ ਸੀ, ਉਹਨੂੰ ਸਮਾਜ ਦੇ ਵਿੱਚ ਬਰਾਬਰ ਲਿਆਉਣ ਵਾਸਤੇ ਗੁਰੂ ਪਾਤਸ਼ਾਹ ਨੇ ਇਹ ਕਾਰਜ ਸ਼ੁਰੂ ਕੀਤੇ। ਫਿਰ ਸਤੀ ਦੀ ਪ੍ਰਥਾ ਅਸੀਂ ਸਭ ਜਾਣਦੇ ਆ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਉਹਦਾ ਵਿਰੋਧ ਕੀਤਾ। ਉਸ ਜ਼ਮਾਨੇ ਦੇ ਵਿੱਚ ਪਰਦਾ, ਤੇ ਫਿਰ ਪਰਦੇ ਦਾ ਵਿਰੋਧ ਕਰਨਾ ਕਿ ਪਰਦੇ ਦੇ ਵਿੱਚ ਕੋਈ ਆ ਕੇ ਸੰਗਤ ਵਿੱਚ ਨਹੀਂ ਬਹਿ ਸਕਦਾ। ਸੋ ਆਪਣੇ ਆਪ ਦੇ ਵਿੱਚ ਉਸ ਸਮੇਂ ਦੀਆਂ ਬਹੁਤ ਕ੍ਰਾਂਤੀਕਾਰੀ ਗੱਲਾਂ ਸੀ, ਜਿਹੜੀ ਕਿ ਇੱਕ ਔਰਤ ਨੂੰ ਇੱਕ ਇਨਸਾਨ ਦੇ ਰੂਪ ਵਜੋਂ ਦਿਖਾਉਣ ਵਾਸਤੇ ਇਹ ਸਾਰੀਆਂ ਗੱਲਾਂ ਹੋਈਆਂ। ਉਸ ਤੋਂ ਬਾਅਦ ਅਸੀਂ ਜਦੋਂ ਇਤਿਹਾਸ ਦੇ ਅੱਗੇ ਹੋਰ ਪੰਨੇ ਦੇਖਦੇ ਹਾਂ, ਗੁਰੂ ਕਾਲ ਦੇ ਵਿੱਚ ਦੇਖਦੇ ਹਾਂ, ਤੇ ਉੱਥੇ ਸਿੱਖ ਇਸਤਰੀਆਂ ਦਾ ਜਿਹੜਾ ਰੋਲ ਹੈ, ਬੜੇ ਜਿਹੜੇ ਇੱਕ ਕ੍ਰਿਟੀਕਲ ਮੋੜ ਆਏ ਉਹਨਾਂ ਦੇ ਵਿੱਚ ਬਹੁਤ ਅਹਿਮ ਰਿਹਾ ਹੈ। ਮਿਸਾਲ ਦੇ ਤੌਰ ਤੇ ਜਦੋਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ ਚਮਕੌਰ ਦੀ ਗੜੀ ਤੋਂ ਬਾਅਦ, ਤੇ ਉਸ ਵਕਤ ਉਹਨਾਂ ਦੀ ਜਿਹੜੇ ਦੇਹਾਂ ਸੀ ਉਹਨਾਂ ਦੇ ਸੰਸਕਾਰ ਵਾਸਤੇ ਬੀਬੀ ਹਰਸ਼ਰਨ ਕੌਰ ਅੱਗੇ ਆਏ। ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਸਤਕਾਰ ਦੇ ਨਾਲ ਅੰਤਮ ਜੋ ਸੰਸਕਾਰ ਦੀ ਕਿਰਿਆ ਸੀ ਉਹ ਕਰਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਜਦੋਂ ਸਿੱਖਾਂ ਨੇ ਮੂੰਹ ਫੇਰ ਲਿਆ ਗੁਰੂ ਗੋਬਿੰਦ ਸਿੰਘ ਜੀ ਤੋਂ, 40 ਮੁਕਤਿਆਂ ਦੀ ਗਾਥਾ ਅਸੀਂ ਸਾਰੇ ਜਾਣਦੇ ਆ ਕਿ ਗੁਰੂ ਸਾਹਿਬ ਨੂੰ ਆਪਣਾ ਬਦਾਵਾ ਲਿਖ ਕੇ ਦੇ ਗਏ, ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਤੇ ਉਹ ਬਦਾਵਾ ਪੜਵਾਉਣ ਵਾਲੀ ਫਿਰ ਮਾਈ ਭਾਗੋ ਇੱਕ ਸਿੱਖ ਇਸਤਰੀ ਸੀ। ਇਸ ਤੋਂ ਪਹਿਲੇ ਵੀ ਇੱਕ ਜ਼ਿਕਰ ਇਤਿਹਾਸ ਦੇ ਵਿੱਚ ਭਾਵੇਂ ਸਾਨੂੰ ਵਿਰਲੇ ਮਿਲਦੇ ਨੇ, ਪਰ ਸਾਨੂੰ ਇਹੋ ਜਿਹੀਆਂ ਦਲੇਰ ਸਿੱਖ ਇਸਤਰੀਆਂ ਦੇ ਮਿਸਾਲਾਂ ਇਤਿਹਾਸ ਵਿੱਚ ਜ਼ਰੂਰ ਮਿਲਦੀਆਂ ਜੋ ਦੱਸਦੀਆਂ ਕਿ ਉਸ ਵੇਲੇ ਦੀ ਜਿਹੜੀ ਸਿੱਖ ਇਸਤਰੀ ਸੀ ਵਿਚਾਰੀ ਨਹੀਂ ਸੀ, ਮਲੂਕੜੀ ਨਹੀਂ ਸੀ। ਔਰ ਉਹਦੇ ਵਿੱਚ ਇੱਕ ਕਥਾ ਆਂਦੀ ਹੈ ਕਿ ਮਾਝੇ ਦਾ ਪਿੰਡ ਤਲੱਬਣ ਹੈ, ਉਹਦੀ ਸੰਗਤ ਜਾ ਰਹੀ ਸੀ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਨੂੰ, ਤੇ ਰਸਤੇ ਵਿੱਚ ਇੱਕ ਖੂਹ ਦੇ ਕੋਲ ਰੁਕ ਗਏ। ਇੱਕ ਬੀਬੀ ਦੀਪ ਕੌਰ ਕਹਿੰਦੇ ਉਹ ਉਸੇ ਤਰ੍ਹਾਂ ਆਪਣੇ ਰੋਹ ਵਿੱਚ ਅੱਗੇ ਤੁਰੀ ਗਈ, ਉਹ ਨਿਖੜ ਗਈ ਸੰਗਤ ਤੋਂ। ਅੱਗੇ ਜਾ ਕੇ ਉਹਨੂੰ 4 ਮੁਸਲਮਾਨਾਂ ਨੇ ਘੇਰ ਲਿਆ। ਉਹ ਬੀਬੀ ਡਰੀ ਨਹੀਂ, ਕਹਿੰਦੇ ਉਹਨੇ ਆਪਣੇ ਹੱਥ ਦੇ ਵਿੱਚੋਂ ਕੜਾ ਲਾਇਆ, ਸੋਨੇ ਦਾ ਕੜਾ ਲਾ ਕੇ ਥੱਲੇ ਸੁੱਟਿਆ। ਇੱਕ ਬੰਦਾ ਉਹਨੂੰ ਚੁੱਕਣ ਲਈ ਜਦੋਂ ਥੱਲੇ ਚੁੱਕਿਆ, ਉਹਨੇ ਫਟ ਆਪਣੀ ਕਿਰਪਾਨ ਕੱਢੀ ਤੇ ਉਹਦਾ ਸਿਰ ਵੱਢ ਦਿੱਤਾ। ਦੇਖ ਕੇ ਦੂਸਰੇ ਨਾਲ ਦੇ ਘਬਰਾ ਗਏ, ਤੇ ਉਹ ਬੀਬੀ ਨੇ ਉਹਨਾਂ 4 ਦੇ ਉੱਪਰ ਹਾਵੀ ਹੋ ਗਈ। ਮਤਲਬ ਇਹ ਰਾਤੋਂ ਰਾਤ ਨਹੀਂ ਸੀ ਹੋ ਸਕਦਾ ਜਦ ਤੱਕ ਕਿ ਇਹ ਜਿਹੜੀ 6ਵੇਂ ਪਾਤਸ਼ਾਹ ਤੋਂ ਬਾਅਦ ਜਿਹੜੀ ਸ਼ਸਤਰਾਂ ਦੀ ਟ੍ਰੇਨਿੰਗ ਹੈ ਉਹ ਬੀਬੀਆਂ ਨੂੰ ਬਰਾਬਰ ਨਾ ਮਿਲੀ ਹੋਵੇ। ਸੋ ਸਿੱਖ ਬੀਬੀਆਂ ਦੀ ਜੰਗ ਦੇ ਵਿੱਚ ਨਾਲ ਦੇ ਨਾਲ ਜਿਹੜੀ ਇਹ ਤਿਆਰੀ ਹੈ, ਇਹ ਸੰਕੇਤ ਇਹਨਾਂ ਸਾਨੂੰ ਜਿਹੜੀਆਂ ਇਤਿਹਾਸ ਦੀਆਂ ਸਾਖੀਆਂ ਉਸ ਤੋਂ ਮਿਲਦੇ ਆ। ਅੱਛਾ, ਉਸ ਤੋਂ ਬਾਅਦ ਜਦੋਂ ਟੁੱਟੀ ਗੰਢੀ ਵਾਲਾ ਇੱਕ ਰੋਲ ਆਇਆ ਮਾਈ ਭਾਗੋ ਦਾ, ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਨ ਤੋਂ ਬਾਅਦ ਮਾਤਾ ਸੁੰਦਰੀ ਜੀ ਦਾ ਬਹੁਤ ਅਹਿਮ ਰੋਲ ਰਿਹਾ ਹੈਗਾ ਪੰਥ ਨੂੰ ਇਕੱਠੇ ਕਰਨ ਦੇ ਵਿੱਚ, ਇੱਕ ਦਿਸ਼ਾ ਦੇਣ ਦੇ ਵਿੱਚ। ਸੋ ਗੁਰੂ ਕਾਲ ਤੱਕ ਤਾਂ ਸਿੱਖ ਇਸਤਰੀਆਂ ਔਰ ਜਿਹੜੇ ਸਿੱਖ ਮਰਦ ਹਨ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਸਮਾਜਿਕ ਤਬਦੀਲੀ ਆਈ, ਇੱਕ ਕ੍ਰਾਂਤੀ ਆਈ। ਪਰ ਅੱਗੇ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਂ ਆਉਂਦਾ ਹੈ ਤੇ 18ਵੀਂ ਸਦੀ ਦਾ ਫਿਰ ਅਸੀਂ ਇਤਿਹਾਸ ਦੇਖਦੇ ਹਾਂ, ਤੇ ਉਹਦੇ ਵਿੱਚ ਅਜਿਹਾ ਸਮਾਂ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਕੌਮ ਜਿਹੜੀ ਹੈ ਲੀਡਰਲੈਸ ਹੋ ਗਈ। ਛੋਟੇ ਧੜੇ ਬਣ ਗਏ, ਛੋਟੇ ਗਰੁੱਪਸ ਬਣ ਗਏ, ਤੇ ਜਿਹੜੇ ਕਿ ਆਉਣ ਵਾਲੀਆਂ ਫੌਜਾਂ ਦਾ ਸਾਹਮਣਾ ਜ਼ਰੂਰ ਕਰਦੇ ਸੀ। ਪਰ ਉਸ ਸਮੇਂ ਦੇ ਵਿੱਚ ਵੀ ਅਸੀਂ ਸਿੱਖਾਂ ਇਸਤਰੀਆਂ ਦੀ ਬੜੀ ਅਸੀਂ ਘਾਲਣਾ ਦੇਖਦੇ ਹਾਂ, ਭਾਵੇਂ ਉਹ ਮੀਰ ਮੰਨੂ ਦੀਆਂ ਚੱਕੀਆਂ ਦੇ ਵਿੱਚ ਪੀਣਾ ਹੋਵੇ, ਭਾਵੇਂ ਬੀਬੀਆਂ ਨੇ ਆਪਣੇ ਬੱਚਿਆਂ ਦੇ ਟੋਟੇ ਕਰਕੇ ਗਲਾਂ 'ਚ ਹਾਰ ਪਵਾਏ, ਪਰ ਸਿੱਖੀ ਸਿਦਕ ਜਿਹੜਾ ਹੈ ਨਹੀਂ ਹਾਰਿਆ। ਪਰ ਇਸ ਸਾਰੀ ਤਬਦੀਲੀ ਦੇ ਵਿੱਚ ਜਦੋਂ ਕਿ ਸਿੱਖ ਬੰਦਿਆਂ ਨੂੰ
ਘੋੜਿਆਂ ਦੇ ਉੱਪਰ ਰਹਿਣਾ ਪੈ ਰਿਹਾ ਸੀ। ਔਰ ਕਿਉਂਕਿ ਬੀਬੀਆਂ ਨੇ ਪਰਿਵਾਰ ਵੀ ਸਾਹਮਣੇ ਸੀ, ਬੱਚੇ ਵੀ ਸਾਹਮਣੇ ਸੀ, ਸੋ ਸ਼ਾਇਦ ਇਸ ਸਮੇਂ ਦੇ ਵਿੱਚ ਕੋਈ ਤਬਦੀਲੀ ਆਈ। ਕਿਉਂਕਿ ਜਦੋਂ ਅਸੀਂ ਉਸ ਸਮੇਂ ਦੇ ਰਹਿਤਨਾਮੇ ਦੇਖਦੇ ਹਾਂ, ਵੱਖੋ ਵੱਖ ਜਿਹੜੇ ਰਹਿਤਨਾਮੇ ਲਿਖੇ ਨੇ, ਉਹ ਰਹਿਤਨਾਮਿਆਂ ਦੇ ਵਿੱਚ ਸਾਨੂੰ ਦਿਸਦਾ ਹੈ ਕਿ ਕਿਸ ਤਰ੍ਹਾਂ ਇਹ ਤਬਦੀਲੀਆਂ ਆਈਆਂ ਔਰ ਚੇਂਜਸ ਆਈਆਂ। ਹੁਣ ਜਿਸ ਤਰ੍ਹਾਂ 18ਵੀਂ ਸਦੀ ਦੇ ਵਿੱਚ ਔਰਤਾਂ ਨੂੰ ਜੰਗ ਦੇ ਵਿੱਚ ਵੀ ਇਸਤੇਮਾਲ ਕੀਤਾ ਜਾਂਦਾ ਸੀ, ਬੰਦੇ ਵਰਗਲਾ ਕੇ ਉਹਨਾਂ ਨੂੰ ਕਮਜ਼ੋਰ ਕਰਨ ਨੂੰ, ਜਾਂ ਜਿਸ ਤਰ੍ਹਾਂ ਵੀ। ਤੇ ਇਸ ਚੀਜ਼ ਦਾ ਕਿਤੇ ਨਾ ਕਿਤੇ ਭਾਈ ਚੌਪਾ ਸਿੰਘ ਦਾ ਰਹਿਤਨਾਮਾ ਹੈ, ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਇੱਕ ਗੁਰਸਿੱਖ ਨੂੰ ਕਦੀ ਕਿਸੇ ਔਰਤ ਦਾ ਭਰੋਸਾ ਨਹੀਂ ਕਰਨਾ ਚਾਹੀਦਾ, ਚਾਹੇ ਉਹ ਆਪਣੀ ਹੈ ਚਾਹੇ ਕਿਸੇ ਹੋਰ ਦੀ ਹੈ। ਸੋ ਇਹ ਜਿਹੜੀ ਗੱਲ ਹੈ, ਇਹ ਮੇਲ ਨਹੀਂ ਖਾਂਦੀ ਜੋ ਅਸੀਂ ਗੁਰੂ ਕਾਲ ਦੇ ਇਤਿਹਾਸ ਦੇ ਵਿੱਚ ਦੇਖਦੇ ਹਾਂ। ਇਹ ਹੋ ਸਕਦਾ ਉਸ ਸਮੇਂ ਦਾ ਜਿਹੜਾ ਇੱਕ ਕਲਚਰ ਦੇ ਵਿੱਚ ਸੋਚ ਸੀ ਉਹ ਹਾਵੀ ਹੋ ਗਈ। ਉਸ ਤੋਂ ਬਾਅਦ ਭਾਵੇਂ ਇਸ ਰਹਿਤਨਾਮੇ 'ਚ ਇਹ ਵੀ ਲਿਖਿਆ ਗਿਆ ਹੈ ਕਿ ਇੱਕ ਗੁਰਸਿੱਖਣੀ ਨੂੰ ਧਰਮਸ਼ਾਲਾ ਦਿਹਾੜੀ 2 ਵਾਰ ਜਾਣਾ ਚਾਹੀਦਾ ਹੈ। ਇੱਕ ਔਰਤ ਗੁਰੂ ਗ੍ਰੰਥ ਸਾਹਿਬ ਦੀ ਤੋਂ ਔਰਤਾਂ ਦੀ ਇੱਕ ਸੰਗਤ ਦੇ ਵਿੱਚ ਤਾਂ ਪਾਠ ਕਰ ਸਕਦੀ ਹੈ, ਪਰ ਜਿੱਥੇ ਸਮੁੱਚੀ ਸੰਗਤ ਇਕੱਠੀ ਬੈਠੀ ਹੋਵੇ, ਉੱਥੇ ਉਸ ਰਹਿਤਨਾਮੇ ਵਿੱਚ ਲਿਖਿਆ ਔਰਤ ਨੂੰ ਇਹ ਅਧਿਕਾਰ ਨਹੀਂ ਸੀ ਕਿ ਉਹ ਸੰਗਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਤੋਂ ਪਾਠ ਕਰ ਸਕੇ। ਹੁਣ ਇਹ ਚੀਜ਼ ਉਸ ਗੱਲ ਨਾਲ ਮੇਲ ਨਹੀਂ ਖਾਂਦੀ ਜਦੋਂ ਕਿ ਗੁਰੂ ਅਮਰਦਾਸ ਜੀ ਨੇ ਮੰਜੀਆਂ ਸਥਾਪਿਤ ਕੀਤੀਆਂ ਤੇ ਬਕਾਇਦਾ ਬੀਬੀਆਂ ਨੂੰ ਜ਼ਿੰਮੇਵਾਰੀ ਦਿੱਤੀ। ਸੋ ਇਹ ਇੱਕ ਸਮੇਂ ਦੇ ਨਾਲ ਤਬਦੀਲੀ ਆ ਗਈ। ਉਸ ਤੋਂ ਬਾਅਦ ਅੱਗੇ ਇੱਕ ਰਹਿਤਨਾਮੇ ਦੇ ਵਿੱਚ ਇਹ ਵੀ ਆਂਦਾ ਹੈ ਕਿ ਬੀਬੀਆਂ ਨੂੰ ਖੰਡੇ ਦੀ ਪੌਲ ਨਹੀਂ ਛਕਾਣੀ ਚਾਹੀਦੀ ਹੈਗੀ। ਹੁਣ ਇਹ ਵੀ ਭਾਈ ਚੌਪਾ ਸਿੰਘ ਦੇ ਰਹਿਤਨਾਮੇ ਵਿੱਚ ਜ਼ਿਕਰ ਇਸ ਚੀਜ਼ ਦਾ ਆਂਦਾ ਹੈ। ਹੁਣ ਇਹ ਗੱਲ ਉਹਦੇ ਨਾਲ ਮੇਲ ਨਹੀਂ ਖਾਂਦੀ ਕਿ ਮਾਈ ਭਾਗੋ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਅੰਮ੍ਰਿਤ ਛਕਾਇਆ ਸੀ, ਔਰ ਉਹ ਜਿਹੜਾ ਉਹਨਾਂ ਨੇ ਅੰਮ੍ਰਿਤ ਛਕਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਹਜ਼ੂਰ ਦੇ ਵਿੱਚ ਰਹੇ। ਸੋ ਇਹ ਜਿਹੜੀਆਂ ਤਬਦੀਲੀਆਂ ਇਹ ਅਸੀਂ ਦੇਖਦੇ ਰਹੇ। ਫਿਰ ਮਿਸਲਾਂ ਦੇ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਆਇਆ, ਤੇ ਉਸ ਵਕਤ ਜਿਹੜੇ ਸਮਾਜ ਦੇ ਵਿੱਚ ਜਾਤ ਦੇ ਨਾਲ ਆਧਾਰਿਤ ਜਿਹੜੇ ਰੀਤੀ ਰਿਵਾਜ ਸੀ, ਲੱਗਦਾ ਉਹ ਕਿਤੇ ਨਾ ਕਿਤੇ ਹਾਵੀ ਹੋ ਗਏ। ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਹਰਮ ਰੱਖਿਆ ਹੋਇਆ ਸੀ, ਜਿਹਦੀ ਕਿ ਕਿਤੇ ਵੀ ਸਿੱਖ ਵਿੱਚ ਧਰਮ ਵਿੱਚ ਪ੍ਰਵਾਨਗੀ ਨਹੀਂ ਹੈਗੀ, ਪਰ ਉਹਨਾਂ ਨੇ ਰੱਖਿਆ ਹੋਇਆ ਸੀ। ਭੈਣ ਜੀ ਬੇਨਤੀ ਕਰਾਂ, ਆਪ ਜੀ ਦਾ ਸਮਾਂ ਖਤਮ ਹੋ ਰਿਹਾ। ਅੱਛਾ ਠੀਕ ਹੈ ਜੀ। ਕਿੰਨੇ 2 ਮਿੰਟ ਹੁਣ ਖਤਮ ਹੋ ਚੁੱਕਿਆ, ਬਟ ਚਲੋ ਭੈਣ ਜੀ 2 ਮਿੰਟ ਲੈ ਕੋਈ। ਓਕੇ, ਅੱਛਾ, ਇਹ ਹੁਣ ਜਿਹੜੀਆਂ ਰਹਿਤਨਾਮਿਆਂ ਦੇ ਵਿੱਚ ਤਬਦੀਲੀਆਂ ਸੀ, ਇਹਨਾਂ ਸਾਰਿਆਂ ਨੂੰ ਫਿਰ ਕਾਊਂਟਰ ਕੀਤਾ ਗਿਆ ਤਕਰੀਬਨ 1930-35 ਦੇ ਕੋਲ ਆ ਕੇ, ਜਦੋਂ ਕਿ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਇੱਕ ਰਹਿਤ ਮਰਿਆਦਾ ਬਣੀ। ਉਹਦੇ ਵਿੱਚ ਇਸਤਰੀਆਂ ਦੀ ਬਰਾਬਰਤਾ ਦੀ ਗੱਲ ਆ ਰਹੀ ਹੈ, ਕਿਉਂਕਿ ਉਹਦੇ ਵਿੱਚ ਨਾ ਪਾਠ ਕਰਨ ਵਿੱਚ, ਨਾ ਅੰਮ੍ਰਿਤ ਛਕਣ ਚ, ਕਿਸੇ ਚੀਜ਼ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈ। ਪਰ ਅੱਜ ਦੀ ਡੇਟ ਦੇ ਵਿੱਚ, ਅੱਜ ਦੇ ਜਿਹੜੇ ਬਦਲਦੇ ਹੋਏ ਹਾਲਾਤ ਹਨ, ਜਿਹਦੇ ਬਾਰੇ ਪਹਿਲੇ ਵੀ ਗੱਲ ਹੋਈ ਹੈ, ਇਹ ਸੋਸ਼ਲ ਸਟਰਕਚਰ ਦੇ ਵਿੱਚ ਸਿੱਖ ਔਰਤਾਂ ਕਿਸ ਤਰ੍ਹਾਂ ਇੰਪੈਕਟ ਹੋ ਰਹੀਆਂ ਹਨ, ਔਰ ਕਿਸ ਤਰ੍ਹਾਂ ਉਹਨਾਂ ਨੂੰ ਇੱਕ ਜਥੇਬੰਦ ਤਰੀਕੇ ਦੇ ਉੱਪਰ ਇਕੱਠੇ ਹੋ ਕੇ ਜ਼ਰੂਰ ਇਸ ਦੀ ਵਿਆਖਿਆ ਤੇ ਗੱਲ ਕਰਨੀ ਚਾਹੀਦੀ ਹੈ। ਇਸ ਬਾਰੇ ਮੈਂ ਜ਼ਰੂਰ ਪੁਆਇੰਟ ਆਊਟ ਕਰਨਾ ਚਾਹਾਂਗੀ। ਔਰ ਵਿਸ਼ੇਸ਼ ਕਰ ਜਿਹੜਾ ਪਿਛਲੇ ਸਮਿਆਂ ਦੇ ਵਿੱਚ ਆਂਦਾ ਹੈ ਕਿ ਜਦੋਂ ਕੋਈ ਸਿੱਖ ਲੜਕੀ ਕਿਸੇ ਗੈਰ ਸਿੱਖ ਦੇ ਨਾਲ ਵਿਆਹ ਕਰਦੀ ਹੈ ਔਰ ਉਹਦਾ ਕੌਮ ਦੇ ਵਿੱਚ ਬਹੁਤ ਬਵਾਲ ਖੜਾ ਹੁੰਦਾ ਹੈ, ਇਹ ਜਿਹੜੇ ਮੁੱਦੇ ਇਹਨਾਂ ਬਾਰੇ ਸਾਨੂੰ ਵਿਚਾਰ ਕਰਨ ਦੀ ਜ਼ਰੂਰਤ ਹੈ। ਇਹ ਕਿਉਂ ਹੋ ਰਹੇ ਨੇ, ਇਹਨਾਂ ਦੇ ਕੀ ਹੱਲ ਹਨ, ਔਰ ਕਿਸੇ ਨਾ ਕਿਸੇ ਲੈਵਲ ਦੇ ਉੱਪਰ ਇਹ ਜਿਹੜਾ ਪ੍ਰਚਾਰ ਹੈ ਉਹਨੂੰ ਸਹੀ ਲੀਹਾਂ ਤੇ ਲਿਆਉਣ ਵਾਸਤੇ ਗੁਰੂ ਨਾਨਕ ਦੀ ਜਿਹੜੀ ਬਰਾਬਰਤਾ ਵਾਲੀ ਗੱਲ ਸੀ, ਉਹ ਦੁਬਾਰਾ ਲਿਆਉਣ ਵਾਸਤੇ ਇੱਕ ਵੂਮਨ ਪਲੇਟਫਾਰਮ ਦੀ ਜ਼ਰੂਰਤ ਹੈ। ਤੁਸੀਂ ਬਹੁਤ ਵਧਾਈ ਦੇ ਪਾਤਰ ਹੋ, ਤੁਸੀਂ ਇਹ ਉਪਰਾਲਾ ਕੀਤਾ, ਔਰ ਮੈਂ ਉਮੀਦ ਕਰਦੀ ਹਾਂ ਅੱਗੇ ਤੋਂ ਵਿਸ਼ੇਸ਼ ਟੌਪਿਕਸ ਦੇ ਉੱਪਰ ਤੁਸੀਂ ਇਹਦੇ ਉੱਪਰ ਕੰਟੀਨਿਊ ਕਰੋਗੇ, ਤਾਂ ਕਿ ਅਸੀਂ ਸਿੱਖ ਇਸਤਰੀਆਂ, ਉਹਨਾਂ ਦੀਆਂ ਰਿਸਪੌਂਸਿਬਿਲਿਟੀਜ਼ ਤੇ ਰਾਈਟਸ ਦੋਵਾਂ ਦੀ ਵਿਆਖਿਆ ਦੇ ਨਾਲ ਗੱਲ ਕਰ ਸਕੀਏ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।